2 ਵਾਰ ਮੈਂ ਦੇਖਿਆ ਕਿ ਖੂਨ ਦੇ ਛਿੱਟੇ ਵੀ ਮੈਂ ਦੇਖੇ ਨੇ ਇਸ ਘਰ ਦੇ ਵਿੱਚ। ਇੱਕ ਵਾਰ ਗਰਾਊਂਡ ਫਲੋਰ 'ਤੇ, ਇੱਕ ਵਾਰ ਮੈਂ ਮੇਰੇ ਕਮਰੇ ਦੇ ਸਾਹਮਣੇ। ਸੋ ਇਹ ਹੋਇਆ ਜਦ ਤੁਸੀਂ ਆਪਣੀ ਲਾਈਫ ਮੈਨੂੰ ਸਰੈਂਡਰ ਕਰ ਦਿੰਦੇ ਹੋ, ਫਿਰ ਉਸ ਨੂੰ ਮੈਂ ਆਪਣੀ ਸੇਵਾ ਸਿਮਰਨ ਨਾਲ ਜੋੜਦਾ ਹਾਂ। ਉਸ ਦੀ ਪਲ ਪਲ ਦੀ ਖਬਰ ਰਹਿੰਦੀ ਹੈ। ਮੈਂ ਤੈਨੂੰ ਕਿਸੇ ਨਾ ਕਿਸੇ ਰੂਪ ਵਿੱਚ ਦਰਸ਼ਨ ਦਿੰਦਾ ਰਹਿੰਦਾ ਹਾਂ। ਧਿਆਨ ਨਾਲ ਦੇਖਿਆ ਕਰ। ਹੁਣ ਮੈਂ ਤੇਰੀ ਜ਼ਿੰਦਗੀ ਵਿੱਚ ਕੁਝ ਨਵਾਂ ਕਰ ਰਿਹਾ ਹਾਂ। ਨਜ਼ਾਰੇ ਦੇਖੀ, ਤੈਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਦਾ ਵੇਲਾ ਆ ਗਿਆ ਹੈ। ਮੈਂ ਤੈਨੂੰ ਇਸ਼ਾਰੇ ਦੇ ਦਿੱਤੇ हैं। ਹੁਣ ਨਾ ਕਹੀਂ ਗੁਰੂ ਜੀ ਤੁਸੀਂ ਮੇਰੀ सुनते नहीं। शुक्राना कर कल्याण किता। जय गुरु जी, शुक्राना गुरु जी। संगत जी, आज के ग्रेस में यही मैसेज है कि जब हम अपनी लाइफ अपने गुरु जी को सरेंडर कर देते हैं तो वो हमें अपनी सेवा और सिमरन से जोड़ लेते हैं और गुरु पा हमें हर पल ब्लेस करते हैं। संगत जी, वो अपने किसी ना किसी रूप में हमें दर्शन देकर हमें ब्लेसिंग्स देते हैं। गुरु जी की रजा में राजी रहना सीखो संगत जी। उसके बाद जो राह गुरु जी दिखाते हैं उस पे चलो, मंजिल तक आप खुद पहुंच जाओगे। रब का शुक्राना करो, सिमरन करो और रब का नाम जपो। जय गुरु जी, शुक्राना गुरु जी। ਓਮ ਨਮः शिवाय, शिव जी सदा सहाय। ਓਮ ਨਮः शिवाय, गुरु जी सदा सहाय। जय गुरु जी, जय संगत जी। ਸੰਗਤ ਜੀ, ਆਪਾਂ ਨੂੰ ਗੁਰੂ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਹਰ ਚੀਜ਼ ਤੋਂ ਗਾਈਡ ਕਰਦੇ ਨੇ। ਸੋ ਗੁਰੂ ਜੀ ਦਾ ਸਾਰੀ ਸੰਗਤ ਨੂੰ ਮੈਸੇਜ ਆਉਂਦਾ ਹੈ, ਉਹ ਸਫਾਈ ਕਰਵਾਉਂਦੇ ਨੇ ਜੋ ਕਿ ਆਪਣੇ ਨੈਗੇਟਿਵਿਟੀ ਘਰ ਦੇ ਵਿੱਚ ਹੁੰਦੀ ਹੈ ਕਿਸੇ ਚੀਜ਼ ਤੋਂ, ਕਿਸੇ ਪੁਰਾਣੀ ਚੀਜ਼ ਤੋਂ ਜਾਂ ਕੋਈ ਕਰੀ ਕਰਾਈ ਤੋਂ, ਤਾਂ ਉਹ ਗੁਰੂ ਜੀ ਬਾਹਰ ਕਢਵਾਉਂਦੇ ਨੇ ਦੱਸ ਕੇ। ਸੋ ਗੁਰੂ ਜੀ ਨੇ ਇੱਦਾਂ ਹੀ ਮੇਰੇ ਤੋਂ ਬਹੁਤ ਦੇਰ ਪਹਿਲਾਂ, ਜਦੋਂ ਤੋਂ ਮੇਰੀ ਜਰਨੀ ਸ਼ੁਰੂ ਹੋਈ, ਸਾਲ 1.5 ਸਾਲ ਹੋ ਗਿਆ ਮੇਰੀ ਜਰਨੀ ਸ਼ੁਰੂ ਹੋਈ ਆ, ਤਾਂ ਗੁਰੂ ਜੀ ਨੇ ਬਹੁਤ ਸਫਾਈਆਂ ਕਰਵਾਈਆਂ। ਗੁਰੂ ਜੀ ਨੇ ਕੱਪੜੇ ਵੀ ਕਢਵਾਏ ਅਲਮੀਰਾ ਦੇ ਵਿੱਚੋਂ ਕਲਰ ਦੱਸ ਕੇ। ਤਾਂ ਹਰੇ ਗ੍ਰੀਨ ਕਲਰ ਦੇ ਸੂਟਾਂ ਦੀ ਮੈਨੂੰ ਪਹਿਲਾਂ ਵੀ ਬਹੁਤ ਆਈਆਂ ਮੈਸੇਜਸ, ਤਾਂ ਉਹ ਸੱਚ ਵੀ ਸੀ। ਗ੍ਰੀਨ ਸੂਟ ਜੋ ਕਿ ਮੈਨੂੰ ਗਿਫਟ ਕੀਤੇ, ਕਿਸੇ ਗਿਫਟ ਇਨ ਦਾ ਸੈਂਸ ਜਿਵੇਂ ਕੋਈ ਆਪਣਾ ਬੰਦਾ ਨੀਅਰ ਡੀਅਰ ਫੈਮਿਲੀ 'ਚੋਂ ਹੀ ਹੁੰਦਾ ਤਾਂ ਲਿਆ ਕੇ ਦਿੰਦਾ, ਆਪਾਂ ਬੜੇ ਪਿਆਰ ਨਾਲ ਸਵਾ ਕੇ ਉਹਨੂੰ ਪਾ ਵੀ ਲੈਂਦੇ ਹਾਂ। ਸੋ ਇੱਦਾਂ ਹੀ ਸੀ। ਸੋ ਮੈਂ ਉਹ ਸੂਟ ਜਿਹੜੇ ਸੀ ਉਹ ਕੱਢ ਕੇ ਬਾਹਰ ਮਤਲਬ ਕਿਸੇ ਨੂੰ ਦਿੱਤੇ। ਬਹੁਤ ਮਹਿੰਗੇ ਸੂਟ ਸੀ, ਐਵੇਂ ਕਹਾਂ ਮੈਨੂੰ, ਮਤਲਬ ਮੇਰੇ ਜੋ ਵੀ ਸੀ, ਮੈਂ ਨਾਮ ਤਾਂ ਨਹੀਂ ਲਊਂਗੀ। ਸੋ ਉਹਨਾਂ ਨੇ ਮੈਨੂੰ ਦਿੱਤੇ ਤਾਂ ਮੈਂ ਉਹ ਪਾਏ, ਤਾਂ ਗੁਰੂ ਜੀ ਨੇ ਮੇਰੇ ਤੋਂ ਸਾਰੇ ਸੂਟ ਕਢਵਾਏ ਬਾਹਰ। ਸੋ ਹੁਣ ਫਿਰ ਗੁਰੂ ਜੀ ਦਾ ਮੈਸੇਜ ਆ ਰਿਹਾ ਸੀ ਮੈਨੂੰ ਬਾਰ ਕਿ ਤੂੰ ਆਪਣੀ ਅਲਮੀਰਾ ਸਾਫ਼ ਕਰ ਅਤੇ ਉਹਦੇ ਵਿੱਚੋਂ ਹਰੇ ਰੰਗ ਦਾ ਸੂਟ ਜੋ ਤੈਨੂੰ ਗਿਫਟ ਵਿੱਚ ਮਿਲਿਆ, ਉਹ ਨੈਗੇਟਿਵਿਟੀ ਹੈ ਉਸ ਦੇ ਵਿੱਚ, ਉਹਨੂੰ ਬਾਹਰ ਕੱਢ। ਸੋ ਮੈਂ ਬਹੁਤ ਸ਼ੁਕਰਾਨਾ ਕਰਦੀ ਗੁਰੂ ਜੀ ਦਾ। ਮੈਨੂੰ ਬਾਕੀ ਸਾਰੇ ਸੂਟ ਮੈਂ ਉਹਨਾਂ ਦੇ ਕੱਢ ਕੇ ਦੇ ਚੁੱਕੀ ਸੀ, ਲੇਕਿਨ ਉਹ ਸੂਟ ਜਿੱਦਾਂ ਹੈ ਕਿ ਪਾਰਟੀ ਵੇਅਰ ਸੂਟ ਸੀ, ਮੈਨੂੰ ਸਵਾ ਕੇ ਵੀ ਉਹਨਾਂ ਨੇ ਦਿੱਤਾ ਕਿ ਮੈਨੂੰ, ਮਤਲਬ ਜਿਵੇਂ ਜ਼ਬਰਦਸਤੀ ਹੁੰਦਾ ਨਾ ਕਿ ਜ਼ਬਰਦਸਤੀ ਪਾ ਤੂੰ। ਉਹ ਸੂਟ ਮੈਨੂੰ ਬਾਰ ਪੁੱਛਿਆ ਵੀ ਗਿਆ, ਮਤਲਬ ਮੈਨੂੰ ਦਿਮਾਗ 'ਚ ਨਹੀਂ ਸੀ, ਲੇਕਿਨ ਮੈਨੂੰ ਬਾਰ ਉਹ ਪੁੱਛਿਆ ਵੀ ਗਿਆ ਸੂਟ ਕਿ ਤੂੰ ਪਾਇਆ। ਹਾਲਾਂਕਿ ਪਤਾ ਹੈ ਕਿ ਘਰ ਦੇ ਵਿੱਚ ਤਾਂ ਹੁਣ ਮੈਂ ਹੈਵੀ ਸੂਟ, ਪਾਰਟੀ ਵੇਅਰ ਸੂਟ ਪਾ ਨਹੀਂ ਸਕਦੀ, ਤਾਂ ਮੈਂ ਇੱਕ ਵਾਰ ਜ਼ਰੂਰ ਉਹਨੂੰ 2 ਘੰਟੇ ਲਈ ਪਾਇਆ ਸੀ। ਉਹ ਉਦੋਂ ਮੈਨੂੰ ਸਵਾ ਕੇ ਜ਼ਬਰਦਸਤੀ ਉਹਨਾਂ ਨੇ ਹੀ ਦਿੱਤਾ। ਸੋ ਉਹ ਸੂਟ ਮੇਰਾ ਪਿਆ ਸੀ। ਤਾਂ ਇੱਕ ਮੈਨੂੰ ਟੀ-ਸ਼ਰਟ, ਲੌਂਗ ਟੀ-ਸ਼ਰਟ, ਨਾਈਟ ਟੀ-ਸ਼ਰਟ ਸੀ, ਉਹ ਵੀ ਮੈਨੂੰ ਉਹਨਾਂ ਨੇ ਮਤਲਬ ਇੱਦਾਂ ਹੀ ਆਪਣੇ ਘਰ ਤੋਂ ਲਿਆ ਕੇ ਦਿੱਤੀ ਕਿ ਮੈਂ ਨਵੀਆਂ ਲਈਆਂ ਸੀ ਤਾਂ ਮੇਰੀ ਇਹ ਨਹੀਂ ਜੋ ਵੀ ਹੈ, ਹਾਲਾਂਕਿ ਮੇਰੇ ਤੋਂ ਉਹ ਬੋਡੀ ਵਾਈਜ਼ ਥੋੜ੍ਹਾ ਮੋਟੇ ਹੈ, ਤਾਂ ਉਹ ਕਹਿੰਦੇ ਕਿ ਮੇਰੇ ਨਹੀਂ ਆਈ ਤਾਂ ਤੂੰ ਪਾ ਲੈ। ਅਤੇ ਸੰਗਤ ਜੀ, ਇਸ ਵਿੱਚ ਇਹ ਸੀ ਕਿ ਮੈਂ ਜਿਵੇਂ ਭੋਲੇਪਣ ਦੇ ਵਿੱਚ, ਕਿ ਮੈਨੂੰ ਨਹੀਂ ਸੀ ਪਤਾ, ਉਹ ਮੈਂ ਲੈ ਲਈਆਂ ਸੀ ਔਰ ਮੈਂ ਪਾਈਆਂ, ਹੰਡਾਈਆਂ। ਉਹ ਟੀ-ਸ਼ਰਟ ਸੀ ਔਰ ਇੱਕ ਉਹ ਸੂਟ ਪਿਆ ਸੀ। ਉਹ ਮੈਂ ਸੂਟ ਦੋਨੋਂ ਹੁਣੇ ਹੀ ਜਸਟ ਦਿਮਾਗ ਦੇ ਵਿੱਚੋਂ ਆਇਆ ਮੈਨੂੰ ਰਾਤੀ। ਮੈਨੂੰ 1-2 ਦਿਨ ਤੋਂ ਹੀ ਮੈਸੇਜ ਆ ਰਿਹਾ ਸੀ। ਮੈਂ ਰਾਤੀ ਇਹ ਸਤਸੰਗ ਸੁਣਿਆ ਤਾਂ ਉਹਦੇ ਵਿੱਚ ਬਾਰ
2-3 ਸਤਸੰਗ ਸੁਣੇ ਆ, ਉਹਦੇ ਵਿੱਚ ਇਹੀ ਸੀ ਕਿ ਹਰੇ ਰੰਗ ਦਾ ਸੂਟ। ਸੋ ਉਹ ਮੈਂ ਬਾਹਰ ਆਪਣੀ ਅਲਮੀਰਾ ਤੋਂ ਸਾਈਡ 'ਤੇ ਰੱਖ ਦਿੱਤਾ, ਲੇਕਿਨ ਉਹ ਦੇਣਾ ਕਦੋਂ ਹੈ ਇਹ ਗੁਰੂ ਜੀ ਹੁਣ ਮੇਰੇ ਲਈ ਪੋਸੀਬਲ ਇਹ ਨਹੀਂ ਹੈ ਕਿ ਮੈਂ ਵਾਰ ਕਿਸੇ ਨੂੰ ਦੇਣ ਜਾਵਾਂ। ਇੱਥੇ ਮੈਨੂੰ ਪਤਾ ਵੀ ਨਹੀਂ ਕਿਹਨੂੰ ਦੇਵਾਂ, ਲੇਕਿਨ ਮੈਂ ਇਸਦੇ ਸਾਹਮਣੇ ਘਰ ਦੇ ਫੈਮਿਲੀ ਮੈਂਬਰਸ ਦੇ ਸਾਹਮਣੇ ਦੇ ਵੀ ਨਹੀਂ ਸਕਦੀ। ਸੋ ਗੁਰੂ ਜੀ ਹੁਣ ਤੁਹਾਡੇ ਅੱਗੇ ਹੀ ਦੁਆ ਹੈ, ਤੁਸੀਂ ਉਹ ਚੀਜ਼ ਕਿਵੇਂ ਵੀ ਉਸ ਘਰ ਦੇ ਵਿੱਚੋਂ ਬਾਹਰ ਕਢਵਾਓ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਸੋ ਗੁਰੂ ਜੀ ਦਾ ਇੱਕ ਮੈਨੂੰ ਮੈਸੇਜ ਬਹੁਤ ਦੇਰ ਤੋਂ ਆ ਵੀ ਰਿਹਾ ਸੀ ਕਿ 2 ਔਰਤਾਂ ਨੇ ਜੋ ਤੇਰੇ ਘਰ ਵਿੱਚ ਹੀ ਰਹਿ ਰਹੀਆਂ ਨੇ, ਜੋ ਕਿ ਤੇਰੇ 'ਤੇ ਬਲੈਕ ਮੈਜਿਕ ਕਰਦੀਆਂ ਨੇ। ਉਹ ਨਹੀਂ ਚਾਹੁੰਦੀਆਂ ਕਿ ਤੁਹਾਡੇ ਦੋਨਾਂ ਦਾ ਹਸਬੈਂਡ ਵਾਈਫ ਦਾ ਰਿਸ਼ਤਾ ਬਣਿਆ ਰਹੇ। ਸੋ ਉਹਨਾਂ ਨੇ ਤੇਰੇ ਹਸਬੈਂਡ ਨੂੰ ਵੀ ਮਤਲਬ ਵਸ਼ੀਕਰਨ ਕਰਕੇ ਵਸ਼ ਦੇ ਵਿੱਚ ਕੀਤਾ ਹੋਇਆ। ਇਸੇ ਕਾਰਨ ਹੀ ਤੁਹਾਡੇ ਦੋਨਾਂ ਦੇ ਵਿੱਚ ਲੜਾਈ ਝਗੜੇ ਹੋ ਰਹੇ ਨੇ। ਸੋ ਸੰਗਤ ਜੀ, ਮੈਂ ਬਹੁਤ ਸਤਸੰਗ ਦੇ ਵਿੱਚ ਪਹਿਲਾਂ ਵੀ ਸ਼ੇਅਰ ਕਰ ਚੁੱਕੀ ਹਾਂ ਕਿ ਸਾਲ ਹੀ ਹੋ ਗਿਆ, 1 ਸਾਲ ਤੋਂ ਮੇਰਾ ਮਤਲਬ ਸਾਡਾ ਰਿਲੇਸ਼ਨ ਠੀਕ ਨਹੀਂ ਚੱਲ ਰਿਹਾ। ਜਿੱਦਾਂ ਦੀ ਮਤਲਬ 10-12ਵਾਂ ਸਾਲ ਮੇਰੀ ਮੈਰਿਜ ਨੂੰ ਲੱਗਿਆ ਹੋਇਆ, ਜਿਸ ਤਰ੍ਹਾਂ ਦੀ ਇਰੀਟੇਸ਼ਨ ਔਰ ਲੜਾਈ ਝਗੜਾ ਸਾਡੇ ਵਿੱਚ ਇਸ ਦੌਰਾਨ ਹੋਇਆ, ਇੱਦਾਂ ਦਾ ਕਦੀ ਵੀ ਨਹੀਂ ਹੋਇਆ। ਉੱਦਾਂ ਠੀਕ ਹੈ, ਮੇਰੇ ਹਸਬੈਂਡ ਦੇ ਵਸ਼ੀਕਰਨ ਜੋ ਹੈ ਪਹਿਲਾਂ ਤੋਂ ਹੀ ਹੈ, ਮੈਰਿਜ ਤੋਂ ਪਹਿਲਾਂ ਤੋਂ ਹੀ ਮਤਲਬ ਇਹ ਬਲੈਕ ਮੈਜਿਕ ਦਾ ਕੰਮ ਚੱਲ ਰਿਹਾ। ਖੁਦ ਵੀ ਦੱਸਦੇ ਹੁੰਦੇ ਸੀ ਮੈਨੂੰ ਕਿ ਮੈਨੂੰ ਮੇਰਾ ਦਰਵਾਜ਼ਾ ਨੌਕ ਹੁੰਦਾ ਸੀ ਰਾਤੀ। ਤਾਂ ਮੈਂ ਇਹ ਚੀਜ਼ਾਂ ਤੋਂ ਐਕਚੁਅਲੀ ਸੰਗਤ ਜੀ, ਨਾ ਹੀ ਤਾਂ ਮੈਨੂੰ ਚੀਜ਼ਾਂ ਦੀ ਨੌਲੇਜ ਸੀ ਔਰ ਨਾ ਹੀ ਮੇਰੇ ਮਨ ਦੇ ਵਿੱਚ ਡਰ ਸੀ। ਰੱਬ ਦੀ ਕਿਰਪਾ ਨਾਲ ਮੈਂ ਬਾਣੀ ਨਾਲ ਸ਼ੁਰੂ ਤੋਂ ਜੁੜੀ ਹੋਈ ਹਾਂ, ਮੈਨੂੰ ਕੋਈ ਡਰ ਨਹੀਂ ਲੱਗਦਾ ਸੀ। ਮੈਂ ਈਵਨ ਅੱਧੀ ਰਾਤ ਵੀ ਉੱਠ ਕੇ, ਮੇਰਾ ਵਾਸ਼ਰੂਮ ਉੱਪਰ ਮੇਰੇ ਰੂਮ ਤੋਂ ਹਟ ਕੇ ਹੈ, ਤਾਂ ਮੈਂ ਰਾਤ ਨੂੰ 2 ਵਜੇ 3 ਵਜੇ ਵੀ ਜਦੋਂ ਵਾਸ਼ਰੂਮ ਜਾਣਾ ਹੁੰਦਾ ਤਾਂ ਮੈਂ ਆਪਣੇ ਹਸਬੈਂਡ ਨੂੰ ਨਹੀਂ ਬੁਲਾਉਂਦੀ। ਔਰ ਬਚਪਨ ਤੋਂ ਹੀ ਮੈਂ ਇਕੱਲੀ ਰਹੀ ਹਾਂ, ਤਾਂ ਬਚਪਨ ਤੋਂ ਵੀ ਮੈਂ ਮਤਲਬ ਬਾਹਰ ਨਿਕਲਦਿਆਂ ਮੈਂ ਡਰ ਨਹੀਂ ਕਦੇ ਫੀਲ ਕੀਤਾ। ਸਿਰ ਇਹ ਰੱਬ ਦੀ ਕਿਰਪਾ ਰਹੀ ਹੈ। ਸੋ ਮੈਂ ਚਲੀ ਜਾਂਦੀ ਹਾਂ ਤਾਂ ਮੈਨੂੰ ਬਹੁਤ ਡਰਾਉਂਦੇ ਕਹਿੰਦੇ ਹੁੰਦੇ ਆ ਕਿ ਤੂੰ ਇੱਦਾਂ ਨਾ ਜਾਇਆ ਕਰ, ਇੱਥੇ ਬਹੁਤ ਚੀਜ਼ਾਂ ਨੇ। ਸੋ ਮੈਨੂੰ ਕਦੇ ਡਰ ਨਹੀਂ ਲੱਗਿਆ, ਪਰ ਮੈਨੂੰ ਮੇਰੇ ਹਸਬੈਂਡ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਨੇ ਕਿ ਇਸ ਘਰ ਦੇ ਵਿੱਚ ਬਹੁਤ ਕੁਛ ਹੈ। ਸੋ ਮੈਨੂੰ ਕਦੀ ਫੀਲ ਨਹੀਂ ਹੋਇਆ। ਹਾਂ, 1 ਵਾਰ ਜ਼ਰੂਰ 2 ਵਾਰ ਮੈਂ ਦੇਖਿਆ ਕਿ ਖੂਨ ਦੇ ਛਿੱਟੇ ਵੀ ਮੈਂ ਦੇਖੇ ਨੇ ਇਸ ਘਰ ਦੇ ਵਿੱਚ। 1 ਵਾਰ ਗਰਾਊਂਡ ਫਲੋਰ 'ਤੇ, 1 ਵਾਰ ਮੈਂ ਮੇਰੇ ਕਮਰੇ ਦੇ ਸਾਹਮਣੇ। ਸੋ ਇਹ ਹੋਇਆ। ਸੋ 1 ਵਾਰ ਮੈਂ ਫੀਲ ਕੀਤਾ ਜਿਵੇਂ ਮੈਨੂੰ ਕੁਛ ਕੁ ਟਾਈਮ ਲਈ ਇੱਦਾਂ ਹੁੰਦਾ ਸੀ ਕਿ ਮੈਨੂੰ ਇੱਦਾਂ ਲੱਗਦਾ ਕਿ ਮੇਰੇ ਪਿੱਛੇ ਤੋਂ ਕੋਈ ਪਾਸ ਕੀ ਹੋਇਆ। ਤਾਂ ਮੈਨੂੰ ਜਿਵੇਂ ਇੱਕ ਆਵਾਜ਼ ਜਿਹੀ, ਇੱਕ ਸਰਸਰਾਹਟ ਜਿਹੀ ਸੁਣਦੀ। ਸੋ ਇਹ ਚੀਜ਼ਾਂ ਹੋਈਆਂ। ਮੈਂ ਆਪਣੇ ਕਮਰੇ ਦੇ ਵਿੱਚ ਵੀ ਆਉਂਦੀ ਤਾਂ ਵੀ ਮੈਨੂੰ ਥੋੜ੍ਹਾ ਜਿਹਾ ਫੀਲ ਹੁੰਦਾ ਕਿ ਮੇਰੇ ਕਮਰੇ ਦੇ ਵਿੱਚ ਕੋਈ ਹੈ। ਤਾਂ ਕੁਛ ਕੁ ਟਾਈਮ ਲਈ ਮੈਨੂੰ ਹੋਇਆ, ਤਾਂ ਉਹ ਫਿਰ ਮਤਲਬ ਠੀਕ ਹੋ ਗਿਆ। ਇਹ ਹੁਣ ਰੱਬ ਜਾਣਦਾ ਹੈ ਕਿ ਉਹ ਕੀ ਸੀ, ਕਿਵੇਂ ਸੀ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਸੋ ਇਹ ਚੀਜ਼ਾਂ ਮੈਨੂੰ ਗੁਰੂ ਜੀ ਨੇ ਡਰੀਮ ਦੇ ਵਿੱਚ ਵੀ ਦਿਖਾਇਆ ਕਿ ਕੌਣ ਹੈ, ਔਰ ਮੈਨੂੰ ਲਾਈਵ ਵੀ ਉਹ ਚੀਜ਼ਾਂ ਦਿਖਾਈਆਂ ਕਿ ਕੌਣ ਕਰ ਰਿਹਾ। ਅਤੇ ਮੇਰੇ ਰੂਮ ਦੇ ਵਿੱਚੋਂ ਵੀ ਕੁਛ ਜਿਵੇਂ ਜਿਵੇਂ ਗੁਰੂ ਜੀ ਨੇ ਮੈਨੂੰ ਕਿਹਾ ਉਹ ਚੀਜ਼ ਨਿਕਲੀ। ਸੋ ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਪਾ। ਇਹ ਮੈਨੂੰ ਸਤਸੰਗ ਦੇ ਵਿੱਚ ਮੇਰੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਾਂ ਨੂੰ ਸ਼ੱਕ ਹੁੰਦਾ, ਲੇਕਿਨ ਉਹ ਆਪਾਂ ਨੂੰ ਸ਼ੋਰ ਨਹੀਂ ਹੁੰਦਾ ਕਿ ਉਹੀ ਬੰਦਾ ਹੈ। ਸੋ ਗੁਰੂ ਜੀ ਨੇ ਮੈਨੂੰ ਸਤਸੰਗ ਸੁਣਾਇਆ। ਉਸ ਸਤਸੰਗ ਦੇ ਵਿੱਚ ਉਹਨਾਂ ਨੇ, ਆਂਟੀ ਜੀ ਨੇ ਜੋ ਜੋ ਦੱਸਿਆ, ਉਹਦੇ ਤੋਂ ਮੈਨੂੰ ਪਤਾ ਲੱਗ ਗਿਆ ਕਿ ਕੌਣ ਹੈ। ਵੈਸੇ ਤਾਂ ਗੁਰੂ ਜੀ ਨੇ ਪ੍ਰੂਫ ਦੇ ਹੀ ਦਿੱਤੇ ਸੀ ਪਹਿਲਾਂ। ਸੋ ਇਸ ਲਈ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਗੁਰੂ ਜੀ ਦਾ। ਹੁਣ ਵੀ ਗੁਰੂ ਜੀ ਵਾਰ ਵਾਰ ਕਹਿ ਰਹੇ ਨੇ, ਐਕਚੁਅਲੀ ਸਾਡੇ ਵਿੱਚ ਲੜਾਈ ਇੱਦਾਂ ਹੋਇਆ ਕਿ ਅੱਜ ਜਿੱਦਾਂ ਗੁਰੂ ਜੀ ਨੂੰ ਹਰ ਇੱਕ ਨਹੀਂ ਮੰਨਦਾ, ਫੈਮਿਲੀ ਦੇ ਵਿੱਚ ਸਿਰਫ ਮੈਂ ਇਕੱਲੀ ਮੰਨਦੀ ਹਾਂ। ਮੇਰੇ ਹਸਬੈਂਡ ਦੇ ਵੀ ਉੱਪਰ ਨੈਗੇਟਿਵਿਟੀ ਇੰਨੀ ਜ਼ਿਆਦਾ ਹੈ ਕਿ ਉਹ ਗੁਰੂ ਜੀ ਦਾ ਨਾਮ ਲੈਂਦਿਆਂ ਹੀ ਇੰਨਾ ਭੜਕ ਜਾਂਦੇ ਨੇ। ਜਦੋਂ ਦਾ ਮੈਂ ਮਤਲਬ ਪਾਠ ਤਾਂ ਈਵਨ ਮੈਂ ਪਹਿਲਾਂ ਤੋਂ ਕਰਦੀ ਹਾਂ, ਠੀਕ ਹੈ, ਮੈਂ ਇਹ ਨਹੀਂ ਕਹੂੰਗੀ ਮੈਂ ਰੂਟੀਨ 'ਚ ਕਰਦੀ ਹਾਂ। ਮੈਂ ਜਦੋਂ ਮੇਰਾ ਦਿਲ ਕਰਦਾ ਸੀ ਮੈਂ ਕਰ ਲੈਂਦੀ ਸੀ। ਤਾਂ ਮੇਰੇ ਹਸਬੈਂਡ ਨੇ ਇੱਦਾਂ ਨਹੀਂ ਸੀ ਕਰਦੇ। ਹਨੂੰਮਾਨ ਚਾਲੀਸਾ ਵੀ ਮੈਂ ਕਰਦੀ ਸੀ ਤਾਂ ਉਹ ਮੈਨੂੰ ਕਹਿ ਦਿੰਦੇ ਸੀ ਕਿ ਤੂੰ ਮੇਰੇ ਲਈ ਕਰਦੇ, ਮਤਲਬ ਮੇਰੀ ਰੱਬ ਨਹੀਂ ਮੰਨਦਾ। ਸੋ ਇੱਦਾਂ ਦਾ ਸੀ ਸਾਡੇ 'ਚ। ਲੇਕਿਨ ਜਦੋਂ ਦਾ ਗੁਰੂ ਜੀ ਦਾ ਮਤਲਬ
ਮੈਂ ਕਰਨ ਲੱਗੀ ਹਾਂ ਤਾਂ ਮੇਰੇ ਹਸਬੈਂਡ ਇੰਨੇ ਜ਼ਿਆਦਾ ਇਰੀਟੇਟ ਹੋਣ ਲੱਗ ਗਏ। ਉਹ ਜਿਵੇਂ ਹੁੰਦਾ ਨੈਗੇਟਿਵ ਪੋਜ਼ੀਟਿਵ ਐਨਰਜੀ, ਸੋ ਇਹ ਗੁਰੂ ਜੀ ਦੱਸਦੇ ਵੀ ਰਹਿੰਦੇ ਨੇ। ਸੋ ਅੱਜ ਸੁਬਾਹ ਵੀ ਹੋਇਆ ਕਿ ਗੁਰੂ ਜੀ ਦਾ ਬ੍ਰੈਸਲੇਟ ਮੈਂ ਪਾਏ ਹੋਏ ਨੇ, ਹੁਣ ਥੋੜ੍ਹਾ ਸੈੱਟ ਹੈ। ਬਹੁਤ ਗਲਤ ਤਰੀਕੇ ਨਾਲ ਬੋਲੇ ਉਹ ਮੇਰੇ ਮੋਬਾਈਲ ਫੋਨ 'ਤੇ ਵੀ, ਮਤਲਬ ਜੋ ਫਰੰਟ ਸਾਈਡ 'ਤੇ ਵਾਲਪੇਪਰ ਲੱਗਿਆ ਹੋਇਆ ਤਾਂ ਉਹ ਦੇਖ ਕੇ ਬਹੁਤ ਹੀ ਗਲਤ ਬੋਲੇ। ਸੋ ਇਸ ਲਈ ਮੈਂ ਮਾਫ਼ੀ ਮੰਗਦੀ ਹਾਂ ਗੁਰੂ ਜੀ ਤੋਂ ਕਿ ਗੁਰੂ ਜੀ ਮੈਂ ਹੁਣ ਇਹਦੇ ਬਾਰੇ ਕੁਛ ਨਹੀਂ ਕਰ ਸਕਦੀ, ਨਾ ਹੀ ਮੈਂ ਉਹਨਾਂ ਨੂੰ ਇਹ ਮਤਲਬ ਵਿਸ਼ਵਾਸ ਦਿਲਾ ਸਕਦੀ ਹਾਂ ਕਿ ਤੁਸੀਂ ਕੌਣ ਹੋ। ਤੁਹਾਡਾ ਅਸੀਂ ਤਾਂ ਇਨਸਾਨ ਹਾਂ, ਅਸੀਂ ਕੁਛ ਵੀ ਨਹੀਂ ਕਰ ਸਕਦੇ। ਸੋ ਇਹ ਹੁਣ ਤੁਸੀਂ ਦੇਖੋ, ਗੁਰੂ ਜੀ ਕਹਿੰਦੇ ਵੀ ਹੈ ਕਿ ਤੁਹਾਡਾ ਰਿਸ਼ਤਾ ਮੈਂ ਹੀ ਜੋੜਿਆ। ਸੋ ਕੋਈ ਵੀ ਚਾਹੇ ਕੁਛ ਵੀ ਕਰੇ, ਸੋ ਇਸ ਫੈਮਿਲੀ ਦੇ ਲੋਕ ਚਾਹੁੰਦੇ ਤਾਂ ਨਹੀਂ ਕਿ ਤੁਸੀਂ ਬਣੇ ਰਹੋ, ਲੇਕਿਨ ਤੁਹਾਡੇ ਰਿਸ਼ਤੇ 'ਤੇ ਆਂਚ ਵੀ ਨਹੀਂ ਆਏਗੀ, ਤੁਹਾਨੂੰ ਕੋਈ ਵੀ ਅਲੱਗ ਨਹੀਂ ਕਰ ਸਕਦਾ। ਸੋ ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਦਾ। ਸੋ ਸੰਗਤ ਜੀ, ਅੱਜ ਮੇਰੇ ਨਾਲ ਬਹੁਤ ਹੀ ਵਧੀਆ ਸਤਸੰਗ ਹੋਈ। ਉਹ ਇੱਦਾਂ ਹੋਈ ਕਿ ਅੱਜ ਮੈਨੂੰ ਮੇਰੇ ਹਸਬੈਂਡ ਇੱਕ ਬਾਬਾ ਜੀ ਹੈ, ਉਹਨਾਂ ਕੋਲ ਜਾਂਦੇ ਨੇ। ਐਕਚੁਅਲੀ ਬਲੈਕ ਮੈਜਿਕ ਨੂੰ ਲੈ ਕੇ ਜਿਵੇਂ ਹੁੰਦਾ ਕਿ ਥੋੜ੍ਹਾ ਜਿਹਾ ਉਪਾਅ ਲਈ ਆਪਾਂ ਚਾਹੁੰਦੇ ਹਾਂ, ਉਹ ਚੌਂਕੀ ਲਗਾਉਂਦੇ ਨੇ। ਤਾਂ ਉਹ ਇੱਦਾਂ ਮੈਂ ਵੀ ਜਾਂਦੀ ਰਹੀ ਹਾਂ ਬਹੁਤ ਸਾਲ। ਐਕਚੁਅਲੀ ਮੈਂ ਜਾਂਦੀ ਰਹੀ ਮੇਰੇ ਹਸਬੈਂਡ ਦੇ ਨਾਲ। ਸੋ ਉਹ ਗਏ ਤਾਂ ਉਹ ਦੱਸ ਰਹੇ ਸੀ ਕਿ ਉਹਨਾਂ ਦੀ ਕਿਡਨੀ ਦੇ ਵਿੱਚ ਸਟੋਨ ਹੈ। ਤਾਂ ਫਿਰ ਆਈ ਤਾਂ ਅੱਜ ਮੈਨੂੰ ਪਤਾ ਲੱਗਿਆ ਕਿ ਮੇਰੇ ਹਸਬੈਂਡ ਦੇ ਜਿਹੜੇ ਜੀਜਾ ਜੀ ਨੇ ਉਹ ਲੋਕਲ ਹੀ ਹੈ, ਉਹਨਾਂ ਦੀ ਵੀ ਕਿਡਨੀ ਦੇ ਵਿੱਚ ਸਟੋਨ ਹੈ। ਸੋ ਸੰਗਤ ਜੀ, ਹੋਇਆ ਇੱਦਾਂ ਕਿ ਮੈਂ ਬੈਠੀ ਹੋਈ, ਪਤਾ ਨਹੀਂ ਕਿਉਂ ਮੇਰੇ ਮਨ ਦੇ ਵਿੱਚ ਇੱਕ ਆਵਾਜ਼ ਉੱਠੀ ਕਿ ਜਿਵੇਂ ਗੁਰੂ ਜੀ ਦੇ ਜਲ ਪ੍ਰਸ਼ਾਦ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ। ਮੇਰੇ ਕੋਲ ਲੋਕਟ ਪ੍ਰਸ਼ਾਦ ਹੈ। ਸੋ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਬੋਟਲ ਇੱਕ ਜਲ ਪ੍ਰਸ਼ਾਦ ਉਹਨਾਂ ਬਾਬਾ ਜੀ ਨੂੰ ਦੇ ਕੇ ਆਵਾਂ, ਔਰ ਇੱਕ ਮੈਂ ਆਪਣੇ ਜਿਹੜੇ ਹਸਬੈਂਡ ਦੇ ਜੀਜਾ ਜੀ ਉਹਨਾਂ ਨੂੰ ਦੇਵਾਂ, ਤਾਂ ਕਿ ਉਹ ਜਿਹੜੀ ਸਟੋਨ ਹੈ ਉਹ ਬਿਨਾਂ ਕਿਸੇ ਆਪਰੇਸ਼ਨ ਤੋਂ ਜਾਂ ਬਿਨਾਂ ਕਿਸੇ ਮੈਡੀਸਨ ਤੋਂ ਬਾਹਰ ਨਿਕਲ ਜਾਵੇ। ਸੋ ਇਹ ਮੈਂ ਸੋਚ ਹੀ ਰਹੀ ਸੀ। ਫਿਰ ਮੈਂ ਇੱਕ ਜਿਵੇਂ ਹੁੰਦਾ ਨਾ ਕਿ ਆਪਾਂ ਮੰਨਦੇ ਹਾਂ ਗੁਰੂ ਜੀ ਨੂੰ, ਉਹਨਾਂ ਲੋਕਾਂ ਨੂੰ ਨਹੀਂ ਪਤਾ। ਸੋ ਮੈਂ ਇੱਕ ਇਸ ਕਸ਼ਮਕਸ਼ ਦੇ ਵਿੱਚ ਸੀ, ਔਰ ਮੈਂ ਸੋਚ ਵੀ ਰਹੀ ਸੀ ਕਿ ਦਿੱਤੀ ਜਾਵੇ ਤਾਂ ਉਹਨਾਂ ਦਾ ਭਲਾ ਹੋ ਜਾਏਗਾ। ਸੋ ਜੇ ਨਹੀਂ ਵੀ ਮੰਨਣਗੇ ਤਾਂ ਫਿਰ ਮੈਂ ਮਤਲਬ ਇੱਦਾਂ ਕਸ਼ਮਕਸ਼ ਵਿੱਚ ਜਾ ਕੇ ਮੈਂ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਮੈਂ ਕੀ ਕਰਾਂ, ਤੁਸੀਂ ਦੱਸੋ। ਸੋ ਗੁਰੂ ਜੀ ਨੇ ਉਸੇ ਹੀ ਟਾਈਮ, ਰੂਹਾਨੀ ਆਂਟੀ ਜੀ, ਤੁਹਾਡੀ ਹੀ ਚੈਨਲ ਦਾ ਮੈਂ ਸਤਸੰਗ ਸੁਣਿਆ, ਮੇਰੇ ਸਾਹਮਣੇ ਆਇਆ। ਉਸੇ ਹੀ ਟਾਈਮ ਉਹ ਸਤਸੰਗ ਚੱਲਿਆ, ਉਹਦੇ ਵਿੱਚ ਸਟੋਨਸ ਬਾਰੇ ਹੀ ਦੱਸਿਆ ਹੋਇਆ। ਆਂਟੀ ਜੀ ਦੱਸ ਰਹੇ ਸੀ ਕਿ ਗੁਰੂ ਜੀ ਕਹਿੰਦੇ ਸੀ ਜਦੋਂ ਝੋਲੇ ਦੇ ਵਿੱਚ ਸੀ ਕਿ ਇੱਕ ਤਾਂ ਵੱਧ ਤੋਂ ਵੱਧ ਪਾਣੀ ਪੀਓ। ਇੱਕ ਗੁਰੂ ਜੀ ਕਹਿੰਦੇ ਸੀ ਕਿ ਵੀਰਵਾਰ ਦੇ ਦਿਨ, ਥਰਸਡੇ ਦੇ ਦਿਨ ਦੁੱਧ ਦੇ ਵਿੱਚ ਜਲੇਬੀ, ਦੁੱਧ ਦੇ ਨਾਲ ਜਲੇਬੀ ਖਾਓ ਤਾਂ ਤੁਸੀਂ ਸਵਸਥ ਰਹੋਗੇ ਵੀਰਵਾਰ ਦੇ ਦਿਨ। ਸੋ ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਪਾ, ਤੁਸੀਂ ਮੈਨੂੰ ਉਸੇ ਟਾਈਮ ਹੀ ਆਨਸਰ ਦੇਤਾ ਕਿ ਅਗਰ ਜਲ ਪ੍ਰਸ਼ਾਦ ਮਤਲਬ ਮੇਰੇ ਹੱਥੋਂ ਨਹੀਂ ਵੀ ਕੋਈ ਲਏਗਾ ਤਾਂ ਉਹ ਇਹ ਚੀਜ਼ ਕਰ ਸਕਦੇ ਨੇ। ਸੋ ਇਸ ਲਈ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਔਰ ਮੈਂ ਤੁਹਾਡੇ ਅੱਗੇ ਅਰਦਾਸ ਵੀ ਕਰਦੀ ਹਾਂ ਕਿ ਮੇਰੀ ਪਹੁੰਚ ਨਹੀਂ ਹੈ, ਮੈਂ ਇੱਕ ਇਨਸਾਨ ਹਾਂ ਤੁਸੀਂ ਜੀ, ਔਰ ਨਾ ਹੀ ਮੈਂ ਉਹਨਾਂ ਨੂੰ ਇਹ ਗਾਈਡ ਕਰ ਸਕਦੀ ਹਾਂ। ਸੋ ਤੁਸੀਂ ਉਹਨਾਂ 'ਤੇ ਦੋਨਾਂ 'ਤੇ ਮਿਹਰ ਕਰੋ। ਦੋਨਾਂ ਨਾਲ ਹੀ ਮੇਰਾ ਇਹ ਰਿਸ਼ਤਾ ਹੈ ਕਿ ਇੱਕ ਤਾਂ ਮੇਰੇ ਹਸਬੈਂਡ ਦੇ ਜੀਜਾ ਜੀ ਹੈ, ਸਕੇ ਜੀਜਾ ਜੀ, ਰੀਅਲ ਜੀਜਾ ਜੀ। ਇੱਕ ਉਹ ਬਾਬਾ ਜੀ ਹੈ, ਉਹਨਾਂ ਨੇ ਸਾਥ ਮੇਰੇ ਹਸਬੈਂਡ ਦਾ ਬਹੁਤ ਦਿੱਤਾ। ਸੋ ਉਹਨਾਂ 'ਤੇ ਵੀ ਮਿਹਰ ਕਰੋ। ਉਹਨਾਂ ਦੀ ਜਿਹੜੀ ਕਿਡਨੀ ਸਟੋਨ ਹੈ ਉਹਨੂੰ ਰਿਮੂਵ ਕਰੋ ਤਾਂ ਕਿ ਉਹ ਸਵਸਥ ਜੀਵਨ ਜੀ ਸਕਣ। ਸੋ ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਪਾ। ਇੱਕ ਸੰਗਤ ਜੀ, ਅੱਜ ਹੀ ਮੇਰੇ ਨਾਲ ਸਤਸੰਗ ਹੋਇਆ ਕਿ ਗੁਰੂ ਜੀ ਦਾ ਮੈਸੇਜ ਤਾਂ ਮੈਨੂੰ ਬਹੁਤ ਦੇਰ ਤੋਂ ਆ ਰਿਹਾ ਸੀ ਕਿ ਤੂੰ ਕਿਸੇ ਅੱਗੇ ਨਹੀਂ ਬੋਲਣਾ। ਤੈਨੂੰ ਕੋਈ ਕਿੰਨਾ ਵੀ ਬੁਰਾ ਕਹੇ, ਤੈਨੂੰ ਕੋਈ ਗਾਲੀਆਂ ਵੀ ਕੱਢੇ, ਤੈਨੂੰ ਵੈਸੇ ਤਾਂ ਭੜਕਾਉਣ ਦੀ ਤੇਰੇ ਸਹੁਰੇ ਪਰਿਵਾਰ 'ਚ ਬਹੁਤ ਕੋਸ਼ਿਸ਼ ਕਰਦੇ ਨੇ ਲੋਕੀ ਕਿ ਤੂੰ ਅਪਸੈਟ ਹੋਵੇਂ, ਤੂੰ ਆਪਣੇ ਮੈਂਟਲ ਲੈਵਲ ਮਤਲਬ ਤੇਰਾ ਡਾਊਨ ਹੋਵੇ, ਤੂੰ ਅਪਸੈਟ ਹੋਵੇਂ, ਪਰ ਤੂੰ ਹੁਣ ਤੇਰੇ ਅੱਗੇ ਕੋਈ ਕੁਛ ਵੀ ਕਰੇ ਤੂੰ ਨਹੀਂ ਬੋਲਣਾ, ਤੇਰਾ ਜਵਾਬ ਹੁਣ ਮੈਂ ਦੇਵਾਂਗਾ। ਸੋ
ਸੰਗਤ ਜੀ, ਅੱਜ ਮੈਂ ਇੱਕ ਸਤਸੰਗ ਵੀ ਸੁਣਿਆ, ਉਹਦੇ ਵਿੱਚ ਵੀ ਸੋ ਦੀਪਾ ਛਿੱਬਰ ਆਂਟੀ ਜੀ ਦਾ ਇੱਕ ਚੈਨਲ ਹੈ, ਪੋਜ਼ੀਟਿਵ ਥਿੰਕਿੰਗ ਵਿਦ ਗੁਰੂ ਜੀ। ਉਹਦੇ ਵਿੱਚ ਉਹ ਗੁਰੂ ਜੀ ਦੇ ਮੈਸੇਜ ਹੀ ਪਹਿਲਾਂ ਦੱਸਦੇ ਨੇ, ਫਿਰ ਉਸ ਤੋਂ ਬਾਅਦ ਸਤਸੰਗ ਕਰਦੇ ਨੇ ਅਪਲੋਡ। ਸੋ ਉਹਨਾਂ ਦੇ ਮੈਸੇਜਸ ਨੇ ਮੈਂ ਬਹੁਤ ਵਾਰ ਦੇਖਿਆ, ਜਿੱਦਾਂ ਦਾ ਮੇਰਾ ਮੂਡ ਹੁੰਦਾ ਹੈ ਕਿ ਉਹਨਾਂ ਦਾ ਜਦੋਂ ਹੀ ਸਤਸੰਗ ਆਉਂਦਾ ਉਸੇ ਟਾਈਮ ਉਹ ਮੇਰੇ ਉਸੇ ਹੀ ਮੂਡ ਨਾਲ ਡਿਪੈਂਡ ਹੁੰਦਾ ਹੈ ਕਿ ਜਿਵੇਂ ਗੁਰੂ ਜੀ ਹੀ ਮੈਸੇਜ ਭੇਜਦੇ ਹੋਣ। ਸੋ ਦੀਪਾ ਛਿੱਬਰ ਆਂਟੀ ਜੀ ਦਾ ਮੈਸੇਜ ਆਇਆ, ਉਹਨਾਂ ਨੇ ਵੀ ਇਹੀ ਕਿਹਾ ਕਿ ਜੋ ਸਤਸੰਗ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਦੁਖੀ ਹੈ, ਜੋਬ ਨਹੀਂ ਮਿਲ ਰਹੀ ਔਰ ਕਲੇਸ਼ ਨੇ, ਬੱਚਾ ਠੀਕ ਨਹੀਂ ਹੈ, ਸੋ ਜਿੱਦਾਂ ਉਹ ਮੇਰੇ ਬਾਰੇ ਗੱਲ ਕਰ ਰਹੇ ਹਨ, ਉਹਨਾਂ ਨੇ ਇਹੀ ਕਿਹਾ, ਉਹਦੇ ਵਿੱਚ ਸਤਸੰਗ ਵੀ ਇਹੀ ਸੁਣਾਈ ਔਰ ਮੈਸੇਜ ਵੀ ਇਹੀ ਦਿੱਤਾ ਕਿ ਗੁਰੂ ਜੀ ਦਾ ਮੈਸੇਜ ਹੈ ਕਿ ਹੁਣ ਤੂੰ ਬਿਲਕੁਲ ਬੇਫਿਕਰ ਹੋ ਜਾ, ਤੇਰਾ ਜੋ ਤੈਨੂੰ ਦੁਖੀ ਕਰਦੇ ਨੇ, ਤੇਰਾ ਜਵਾਬ ਦੇਣ ਲਈ ਤੇਰੇ ਪਿਤਾ, ਤੇਰਾ ਪਿਓ ਤੇਰੇ ਪਿੱਛੇ ਖੜਾ ਹੈ, ਤੂੰ ਬਸ ਚੁੱਪ ਕਰ ਜਾ। ਸੋ ਬਹੁਤ ਬਹੁਤ ਸ਼ੁਕਰਾਨਾ ਮੇਰੇ ਗੁਰੂ ਪਾ, ਬਹੁਤ ਬਹੁਤ ਸ਼ੁਕਰਾਨਾ। ਸੋ ਸੰਗਤ ਜੀ, ਇੱਕ ਲਾਸਟ ਦੇ ਵਿੱਚ ਮੈਂ ਬਹੁਤ ਵੱਡਾ ਸਤਸੰਗ ਇੱਕ ਮੇਰੇ ਨਾਲ ਹੋਰ ਹੋਇਆ। ਗੁਰੂ ਜੀ ਦਾ ਮੈਸੇਜ ਮੈਨੂੰ ਬਹੁਤ ਦਿਨਾਂ ਤੋਂ ਬਹੁਤ ਹੀ ਨਾ 2-3 ਮੈਸੇਜ ਕਾਫੀ ਜ਼ਿਆਦਾ ਡਰਾਵਨੇ ਆ ਰਹੇ ਸੀ ਕਿ ਤੇਰੇ ਘਰ ਦੇ ਵਿੱਚ 2 ਦੁਰਘਟਨਾਵਾਂ ਹੋਣ ਵਾਲੀਆਂ ਨੇ, ਤੇਰੇ ਬੇਟੇ ਦੇ ਉੱਪਰ ਕਸ਼ਟ ਹੈ, ਤੇਰੇ ਦੇ ਉੱਪਰ ਮਾਰਨ ਕਿਰਿਆ ਕੀਤੀ ਗਈ ਹੈ, ਤੇਰੇ ਅੰਦਰ ਬਹੁਤ ਗੰਭੀਰ ਲਾਇਲਾਜ ਬਿਮਾਰੀ ਪਨਪ ਰਹੀ ਹੈ, ਇਸ ਤਰ੍ਹਾਂ ਦੀ। ਅਤੇ ਇਹ ਸੀ ਕਿ ਇਹ ਮੈਨੂੰ ਮੈਸੇਜਿਸ ਬਹੁਤ ਦਿਨਾਂ ਤੋਂ ਆ ਰਹੇ ਸੀ। ਸੋ ਸੰਗਤ ਜੀ, ਹੋਇਆ ਇੱਦਾਂ ਕਿ ਮੇਰੇ ਹਫ਼ਤੇ ਕੁ ਪਹਿਲਾਂ ਦੀ ਗੱਲ ਹੈ, ਮੇਰੇ ਬੇਟੇ ਦੇ ਪੇਟ ਦੇ ਵਿੱਚ ਵੀ ਦਰਦ ਹੋਣਾ ਸ਼ੁਰੂ ਹੋਇਆ ਔਰ ਮੇਰੇ ਇੱਦਾਂ ਹੋਇਆ ਕਿ ਜਿੱਦਾਂ ਖਾਣਾ ਖਾਧਾ, ਕਈ ਵਾਰ ਹੁੰਦਾ ਕਿ ਬਦਹਜ਼ਮੀ, ਮਤਲਬ ਜਿਵੇਂ ਇਨਡਾਈਜੈਸ਼ਨ ਹੋ ਜਾਂਦੀ ਹੈ, ਤਾਂ ਹੋ ਸਕਦਾ ਆਪਾਂ ਕਹਿੰਦੇ ਕਿ ਇਨਡਾਈਜੈਸ਼ਨ ਹੋਈ। ਸੋ 2 ਦਿਨ ਮੈਨੂੰ ਲੂਜ਼ ਮੋਸ਼ਨ ਹੋਏ, ਤਾਂ ਤੀਸਰੇ ਦਿਨ ਮੇਰੇ ਨਾਲ ਇੱਦਾਂ ਹੋਇਆ ਸੰਗਤ ਜੀ ਕਿ ਜਿਵੇਂ ਇਨਡਾਈਜੈਸ਼ਨ, ਮੈਂ ਖਾਣਾ ਖਾਧਾ, ਪਹਿਲੀ ਰਾਤ ਤਾਂ ਮੇਰੇ ਨਾਲ ਇੱਦਾਂ ਹੋਇਆ ਕਿ ਲੂਜ਼ ਮੋਸ਼ਨ ਮੈਨੂੰ 2 ਦਿਨਾਂ ਬਾਅਦ ਠੀਕ ਹੋ ਗਏ ਔਰ ਰਾਤੀ ਮੇਰੇ ਨਾਲ ਇੱਦਾਂ ਹੋਇਆ ਕਿ ਮੈਂ ਖਾਣਾ ਵੀ ਬਹੁਤ ਹਲਕਾ ਜਿਹਾ ਖਾਧਾ ਕਿਉਂਕਿ ਪੇਟ ਠੀਕ ਨਹੀਂ ਸੀਗਾ, ਖਾਣਾ ਵੀ ਬਹੁਤ ਹਲਕਾ ਜਿਹਾ ਖਾਧਾ ਔਰ ਮੈਂ ਰਾਤੀ ਸੁੱਤੀ ਤਾਂ ਰਾਤੀ 1 ਵਜੇ ਦਾ ਟਾਈਮ ਔਰ ਮੇਰੇ ਚੈਸਟ ਦੇ ਵਿੱਚ ਇੰਨੀ ਕੁ ਜ਼ਿਆਦਾ ਇੱਕਦਮ ਜਲਨ ਹੋਈ। ਉਹ ਜਲਨ ਕਾਰਨ ਮੈਂ ਉੱਠੀ ਔਰ ਉੱਠ ਕੇ ਸਾਰੀ ਰਾਤ ਮੈਂ ਮਤਲਬ ਵੋਕ ਕਰਦੀ ਰਹੀ, ਕਦੇ ਮੈਂ ਪਾਣੀ ਪੀਣਾ, ਕਦੇ ਕੁਛ, ਮਤਲਬ ਬਹੁਤ ਬੁਰੀ ਹਾਲਤ ਸੀ ਮੇਰੀ, ਇੱਦਾਂ ਜਲਨ ਹੋਈ। ਉਹ ਚਲੋ ਕੁਛ ਘੰਟੇ ਲੱਗੇ, ਠੀਕ ਹੋ ਗਈ। ਪਾਣੀ ਪੂਣੀ ਪੀਤਾ, ਬਾਹਰ ਥੋੜ੍ਹਾ ਠੰਡੀ ਹਵਾ 'ਚ ਗਈ, ਮਤਲਬ 1 ਵਜੇ ਤੋਂ ਲੈ ਕੇ ਮੈਂ ਸੁਬਾਹ ਦੇ 5-6-7 ਵੱਜ ਗਏ। 7 ਵਜੇ ਮੈਂ ਨੋਰਮਲ ਹੋ ਕੇ ਮੈਂ ਥੋੜ੍ਹਾ ਲੇਟੀ ਹਾਂ ਔਰ ਘੰਟਾ ਕੁ ਸੁੱਤੀ ਹਾਂ। ਸੋ ਸੰਗਤ ਜੀ, ਉਸੇ ਦਿਨ ਉੱਠ ਕੇ ਜਦੋਂ ਮੈਂ ਮਤਲਬ ਬ੍ਰੇਕਫਾਸਟ ਤਾਂ ਮੈਂ ਆਈ ਥਿੰਕ ਹਲਕਾ ਹੀ ਲਿਕਡ ਕੁਛ ਲਿਆ। ਸੋ ਉਸ ਤੋਂ ਬਾਅਦ ਫਿਰ ਜਦੋਂ ਮੈਂ ਖਾਣਾ ਖਾਇਆ ਦੁਪਹਿਰੇ ਮੈਂ ਹਜੇ ਖਾਣਾ ਹੀ ਖਾ ਕੇ ਹਟੀ ਹਾਂ, ਖਾਣਾ ਖਾਂਦੇ ਹੀ ਮੇਰਾ ਮਤਲਬ ਪੇਟ, ਜਿਵੇਂ ਚੈਸਟ ਵੀ ਕਹਾਂਗੇ ਕਿ ਜਲਨ ਹੋਣੀ ਸ਼ੁਰੂ ਹੋਈ ਔਰ ਮੈਨੂੰ ਇੱਦਾਂ ਲੱਗਿਆ ਕਿ ਅੰਦਰੋਂ ਕੁਛ ਫੁੱਲ ਰਿਹਾ ਹੈ, ਮੇਰਾ ਪੇਟ ਫੁੱਲ ਰਿਹਾ ਜਾਂ ਰਿਬਸ ਫੁਲਾਵਟ ਹੋ ਰਹੀ ਹੈ ਰਿਬਸ ਦੇ ਵਿੱਚ, ਮੈਨੂੰ ਨਹੀਂ ਪਤਾ ਕੀ ਸੀ। ਸੰਗਤ ਜੀ, ਇਹਦਾ ਕਿ ਬਹੁਤ ਹੀ ਭਾਰਾਪਣ ਹੋਇਆ ਮੇਰੇ ਨਾਲ, ਨਾ ਮੇਰੇ ਤੋਂ ਬੈਠਿਆ ਜਾ ਰਿਹਾ ਸੀ, ਨਾ ਮੇਰੇ ਤੋਂ ਲੇਟਿਆ ਜਾ ਰਿਹਾ ਸੀ ਔਰ 3 ਘੰਟੇ 4 ਘੰਟੇ ਮਤਲਬ ਮੇਰੇ ਨਾਲ ਇਹ ਹਾਲਤ ਸੀ ਕਿ ਮੈਨੂੰ ਲੱਗਦਾ ਸੀ ਕਿ ਮੇਰਾ ਚੈਸਟ ਮਤਲਬ ਬਲਾਸਟ ਹੋ ਜਾਣਾ ਕੁਛ। ਸੋ ਇੱਦਾਂ ਦੀ ਮੇਰੀ ਕੰਡੀਸ਼ਨ ਸੀ, ਇੰਨੀ ਬੁਰੀ ਹਾਲਤ ਸੰਗਤ ਜੀ। ਮੈਂ ਬੜੀ ਹੀ ਮੁਸ਼ਕਿਲ ਨਾਲ, ਮੈਨੂੰ ਨਹੀਂ ਪਤਾ ਕਿ ਉਹ ਮੈਂ ਟਾਈਮ ਕਿੱਦਾਂ ਕੱਢਿਆ। ਮੇਰੇ ਹਸਬੈਂਡ ਚਲੇ ਗਏ ਸੀ, ਮੈਨੂੰ ਲੱਗਦਾ ਸੀ ਕਿ ਮੈਂ ਫ਼ੋਨ ਕਰਾਂ, ਲੇਕਿਨ ਮੈਂ ਫ਼ੋਨ ਨਹੀਂ ਕੀਤਾ ਉਹਨਾਂ ਨੂੰ ਕਿਉਂਕਿ ਸਾਡੀ ਥੋੜ੍ਹੀ ਜਿਹੀ ਚੱਲ ਰਿਹਾ ਹੈ ਕਿ ਉਹ ਇੰਨਾ ਕੇਅਰ ਨਹੀਂ ਕਰ ਰਹੇ। ਸੋ ਮੈਂ ਬੜੀ ਹੀ ਮੁਸ਼ਕਿਲ ਦੇ ਨਾਲ ਉਹ ਟਾਈਮ ਕੱਢਿਆ, ਮਤਲਬ 3
3-4 ਘੰਟੇ ਮਤਲਬ ਮੈਂ ਬੜੀ ਹੀ ਪ੍ਰੋਬਲਮ ਦੇ ਵਿੱਚ ਰਹੀ। 11 ਕੁ ਵਜੇ ਦਾ ਟਾਈਮ ਸੀਗਾ, 11 ਵਜੇ ਤੋਂ ਲੈ ਕੇ 2-3 ਵੱਜ ਗਏ ਮੈਨੂੰ। ਮਤਲਬ ਮੈਂ ਬੜੀ ਪ੍ਰੋਬਲਮ ਦੇ ਵਿੱਚ, ਬੜੀ ਮੁਸ਼ਕਿਲ ਨਾਲ ਥੋੜ੍ਹਾ ਸੈੱਟ ਹੋਈ ਅਤੇ ਉਸ ਤੋਂ ਬਾਅਦ ਮੈਂ ਫਿਰ ਜਦੋਂ ਮੇਰਾ ਪੇਟ ਥੋੜ੍ਹਾ ਸੈੱਟ ਹੋਇਆ ਤਾਂ ਮੈਂ ਜਾ ਕੇ ਫਿਰ ਮੈਡੀਸਨ ਲੈਣ ਗਈ। ਸੋ ਮੈਂ ਗੁਰੂ ਮੰਤਰ ਕਰਦੀ ਰਹੀ ਹਾਂ ਉਸ ਟਾਈਮ, ਓਮ ਨਮः शिवाय, शिव जी सदा साई, ओम नमः शिवाय, गुरु जी सदा साई। ਮਤਲਬ ਡਿਊਰਿੰਗ ਦੈਟ ਟਾਈਮ ਮੈਂ ਮਤਲਬ ਪੇਟ ਪਕੜਿਆ ਹੋਇਆ ਬੈੱਡ ਨਾਲ, ਮਤਲਬ ਨੀਚੇ ਬੈਠਦੀ ਹਾਂ ਕਦੇ ਮੈਂ, ਮਤਲਬ ਬਹੁਤ ਹੀ ਬੁਰੀ ਕੰਡੀਸ਼ਨ ਸੀ ਔਰ ਮੈਂ ਮੰਤਰ ਜਾਪ ਕਰਦੀ ਰਹੀ। ਸੋ ਮੰਤਰ ਜਾਪ ਕਰਦੇ ਕਰਦੇ 2-3 ਘੰਟੇ ਜ਼ਰੂਰ ਲੱਗੇ ਲੇਕਿਨ ਮੈਂ ਨੋਰਮਲ ਹੋ ਗਈ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਮੈਂ ਮੈਡੀਸਨ ਲਈ, ਮੈਡੀਸਨ ਤੋਂ ਬਾਅਦ ਇਹ ਪ੍ਰੋਬਲਮ ਤਾਂ ਮੇਰੀ ਦੂਰ ਹੋਈ ਲੇਕਿਨ ਦਰਦ 1 ਹਫ਼ਤਾ ਹੋ ਗਿਆ ਮੇਰੀ ਰਿਬਸ ਦੇ ਵਿੱਚ, ਪੇਟ ਦੇ ਵਿੱਚ ਹੁਣ ਤੱਕ, ਅੱਜ ਟਿਲ ਡੇਟ ਤੱਕ ਉੱਦਾਂ ਹੀ ਹੈ। ਮਤਲਬ ਦਰਦ ਇੱਦਾਂ ਦਾ ਹੈ ਕਿ ਜਿਵੇਂ ਬਹੁਤ ਹੀ ਜ਼ੋਰ ਦੀ, ਮਤਲਬ ਜ਼ੋਰ ਨਾਲ ਚੋਟ ਲੱਗੀ ਹੋਵੇ। ਸੋ ਗੁਰੂ ਜੀ ਨੇ ਪਤਾ ਨਹੀਂ ਕਿਹੜਾ ਕਸ਼ਟ ਬਹੁਤ ਥੋੜ੍ਹੇ ਦੇ ਵਿੱਚ ਕੱਟਿਆ। ਸੋ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ। ਤੁਸੀਂ ਆਪਣੇ ਬੱਚਿਆਂ ਨੂੰ ਪਤਾ ਨਹੀਂ ਕਿੱਦਾਂ ਕਿੱਦਾਂ ਬਚਾਉਂਦੇ ਹੋ ਇਸ ਗੰਦੀ ਦੁਨੀਆ ਤੋਂ। ਗੰਦੀ ਦੁਨੀਆ ਕਿਹਨੂੰ ਕਹਾਂਗੇ, ਉਹ ਵੀ ਰੱਬ ਦੇ ਬਣਾਏ ਹੋਏ ਬੰਦੇ ਨੇ ਪਰ ਭਟਕੇ ਹੋਏ ਬੰਦੇ ਨੇ। ਸੋ ਗੁਰੂ ਜੀ ਤੁਹਾਡੇ ਅੱਗੇ ਅਰਦਾਸ ਹੈ ਕਿ ਜੋ ਇਹੋ ਜਿਹੀ ਭਟਕੀ ਹੋਈ ਦੁਨੀਆ ਹੈ, ਭਟਕੀਆਂ ਹੋਈਆਂ ਆਤਮਾਵਾਂ ਨੇ ਜੋ ਕਿ ਦੂਜਿਆਂ ਨੂੰ ਵੀ ਮਤਲਬ ਜੀਣ ਨਹੀਂ ਦਿੰਦੀਆਂ, ਖੁਦ ਤਾਂ ਜੀਣਾ ਹੀ ਨਹੀਂ ਤਾਂ ਦੂਜਿਆਂ ਨੂੰ ਵੀ ਨਹੀਂ ਜੀਣ ਦਿੰਦੀਆਂ, ਉਹਨਾਂ ਭਟਕੀਆਂ ਹੋਈਆਂ ਆਤਮਾਵਾਂ ਨੂੰ ਰਸਤੇ 'ਤੇ ਲੈ ਕੇ ਆਓ ਅਤੇ ਸਾਰੀ ਦੁਨੀਆ ਸੁੱਖ ਦਾ ਸਾਹ ਲੈ ਸਕੇ ਅਤੇ ਆਪਣੀ ਆਪਣੀ ਜ਼ਿੰਦਗੀ ਨੂੰ ਹਰ ਇੱਕ ਇੰਜੋਏ ਕਰ ਸਕੇ। ਸੋ ਤੁਸੀਂ ਕਹਿੰਦੇ ਤਾਂ ਹੋ ਕਿ ਤੂੰ ਆਪਣੇ ਕਰਮਾਂ ਨੂੰ ਸੈੱਟ ਰੱਖ, ਬਸ ਬਾਕੀ ਸਾਰਾ ਤੂੰ ਮੇਰੇ 'ਤੇ ਛੱਡ ਦੇ। ਗੁਰੂ ਜੀ ਮੈਂ ਤਾਂ ਹੁਣ ਬਿਲਕੁਲ ਹੀ ਬਲੈਂਕ ਹੋ ਚੁੱਕੀ ਹਾਂ, ਬਿਲਕੁਲ ਤੁਹਾਡੇ 'ਤੇ ਹੀ ਚੜ੍ਹ ਚੁੱਕੀ ਹਾਂ। ਮੈਂ ਚਾਹੇ ਸਰੈਂਡਰ ਕਰ ਚੁੱਕੀ ਹਾਂ ਪਰ ਮੈਨੂੰ ਪਤਾ ਹੈ ਕਿ ਬਹੁਤ ਸਾਰਾ ਟਾਈਮ ਇੱਦਾਂ ਦਾ ਆਉਂਦਾ ਹੈ ਕਿ ਮੈਂ ਅਪਸੈਟ ਹੋ ਜਾਂਦੀ ਹਾਂ ਕਿ ਮੇਰਾ ਦਿਮਾਗ ਘੁੰਮ ਜਾਂਦਾ ਹੈ। ਮਤਲਬ ਜਿਵੇਂ ਕਸ਼ਮਕਸ਼ 'ਚ ਆਪਾਂ ਫਸਦੇ ਹਾਂ, ਉਹ ਕਸ਼ਮਕਸ਼ 'ਚ ਆਪਾਂ ਨੂੰ ਫਸਣਾ ਨਹੀਂ ਚਾਹੀਦਾ। ਜਦੋਂ ਆਪਾਂ ਇੱਕ ਵਾਰ ਸਰੈਂਡਰ ਕਰ ਦਿੱਤਾ ਤਾਂ ਉਹ ਕਸ਼ਮਕਸ਼ ਆਪਣੇ ਦਿਲ 'ਚ ਆਉਣੀ ਹੀ ਨਹੀਂ ਚਾਹੀਦੀ ਲੇਕਿਨ ਮੇਰੇ ਦਿਲ 'ਚ ਆ ਜਾਂਦੀ ਹੈ। ਗੁਰੂ ਜੀ ਮੈਨੂੰ ਪਤਾ ਹੈ ਕਿ ਮੈਂ ਪੂਰੀ ਤਰ੍ਹਾਂ 100% ਨਹੀਂ ਕਰ ਪਾਈ ਸਰੈਂਡਰ, ਇਸ ਲਈ ਤੁਸੀਂ ਜਾਣਦੇ ਹੋ ਸਭ। ਬਾਕੀ ਤਾਂ ਚਲੋ ਮੈਂ ਛੱਡ ਚੁੱਕੀ ਹਾਂ ਸਭ ਕੁਛ, ਨਾ ਮੈਂ ਜੋਬ ਦਾ ਸੋਚਦੀ ਹਾਂ। ਮੇਰੇ ਬੇਟੇ ਦਾ ਵੀ ਹੁਣ ਮੈਂ ਜਲ ਪ੍ਰਸ਼ਾਦ ਅੱਖਾਂ ਦੇ ਵਿੱਚ ਵੀ ਪਾਉਂਦੀ ਹਾਂ, ਵੈਸੇ ਵੀ ਦਿੰਦੀ ਹਾਂ। ਬਾਕੀ ਮੇਰੇ ਕੋਲ ਲੋਕਟ ਪ੍ਰਸ਼ਾਦ ਹੈ, ਜਲ ਪ੍ਰਸ਼ਾਦ ਮੈਂ ਖੁਦ ਵੀ ਬਣਾ ਲਾਂ ਜਿਵੇਂ ਕਿ ਤਰੀਕਾ ਸਤਸੰਗ ਦੇ ਵਿੱਚ ਸੁਣਿਆ। ਲੇਕਿਨ ਗੁਰੂ ਜੀ ਤੁਹਾਨੂੰ ਪਤਾ ਹੈ ਕਿ ਘਰ ਦੇ ਵਿੱਚ, ਫੈਮਿਲੀ ਦੇ ਵਿੱਚ ਮੈਂ ਹੀ ਸਿਰਫ ਤੁਹਾਨੂੰ ਮੰਨਦੀ ਹਾਂ। ਮੈਂ ਆਪਣੀ ਅਲਮੀਰਾ ਦੇ ਵਿੱਚ ਉੱਪਰ ਰੱਖਿਆ ਲੇਕਿਨ ਮੈਂ ਕਿੱਦਾਂ ਬਣਾਵਾਂ ਜਲ ਪ੍ਰਸ਼ਾਦ, ਕਿਉਂਕਿ ਇਹ ਲੋਕ ਮੰਨਦੇ ਨਹੀਂ ਔਰ ਮੇਰੇ ਹਸਬੈਂਡ ਦਾ ਕੋਈ ਟਾਈਮ ਹੀ ਨਹੀਂ ਜਾਣ ਦਾ ਜਾਂ ਆਉਣ ਦਾ। ਉਹਨਾਂ ਦੇ ਸਾਹਮਣੇ ਕਰਦੀ ਹਾਂ ਤਾਂ ਘਰ 'ਚ ਕਲੇਸ਼ ਹੁੰਦਾ। ਸੋ ਗੁਰੂ ਜੀ ਹੁਣ ਤੁਸੀਂ ਹੀ ਹੋ। ਹਾਂ ਮੈਂ ਮੰਤਰ ਜਾਪ ਜ਼ਰੂਰ ਕਰਦੀ ਹਾਂ ਜਦੋਂ ਵੀ ਮੈਂ ਕੁਛ ਖਾਣ ਪੀਣ ਦੀ ਚੀਜ਼ ਬਣਾਉਂਦੀ ਹਾਂ, ਜਿੰਨਾ ਕੁ ਮੈਨੂੰ ਯਾਦ ਹੁੰਦਾ ਜਾਂ ਜਿੰਨਾ ਕੁ ਯਾਦ ਆ ਜਾਂਦਾ, ਜਿੰਨਾ ਕੁ ਵੀ ਮੈਂ ਕਰ ਸਕਦੀ ਹਾਂ ਜਾਂ ਗੁਰੂ ਜੀ ਤੁਸੀਂ ਜੋ ਕਰਾਉਂਦੇ ਹੋ ਮੈਂ ਕਰਦੀ ਹਾਂ। ਸੋ ਸਭ 'ਤੇ ਕਿਰਪਾ ਰੱਖਣੀ ਗੁਰੂ ਜੀ। ਬਸ ਇੱਦਾਂ ਹੀ ਸਾਡੇ ਤੋਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣਾ ਗੁਰੂ ਜੀ, ਜੋ ਵੀ ਅਸੀਂ ਭੁੱਲਾਂ ਕਰਦੇ ਹਾਂ। ਸੋ ਇਹਦੇ ਨਾਲ ਹੀ ਮੈਂ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਹਾਂ, ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਅਤੇ ਮੰਤਰ ਜਾਪ ਕਰਦੀ ਹਾਂ। ਓਮ ਨਮः शिवाय, शिव जी सदा सहाय, ओम नमः शिवाय, गुरु जी सदा सहाय। जय गुरु जी, शुक्राना गुरु जी, बहुत बहुत शुक्राना गुरु जी। जय गुरु जी, शुक्राना गुरु जी। संगत जी, अगला सत्संग हमारे साथ शेयर किया है संगत आंटी जी ने। जय गुरु जी, शुक्राना गुरु जी, अनंतम अनंतम शुक्राना गुरु जी। सारी साथ संगत को प्रणाम। संगत जी मैं आई हूँ आज का शुक्राना देकर। गुरु जी हर रोज़ ही सुबह की बजाय शाम को, कभी शाम की बजाय दोपहर को, कुछ समझ में नहीं आ रहा, पर गुरु जी जो कुछ भी करवा रहे हैं मुझे बहुत अच्छा लग रहा है। ये बात बिल्कुल सच है कि गुरु जी बेहतर नहीं बेहतरीन देते हैं, इसलिए हमें शायद वही सब अच्छा लगता है। और ये गुरु जी ही नहीं कहना चाह रहे, इनफैक्ट गुरु जी जो भी करते हैं वो हमारे लिए हमेशा ही बहुत अच्छा होता है। मैं तो सिर्फ एक ही लाइन बोलूँगी
जा तू मेरे वल है ता क्या मोशंदा, तुझ सब कुछ मैनू सौंपिया जा तेरा बंदा। लक्ष्मी टूट न आवही खाए खर्च रहंदा, लख 84 मेदनी सब सेवा करंदा। तू सब कुछ मैनू सौंपिया, ਇਹ ਵੇਰੀ ਮਿੱਤਰ ਸਭ ਕੀਤਿਆਂ ਨਹੀਂ ਮੰਗਦੀ, ਮੰਗ ਹੀ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ। ਤੂੰ ਸਭ ਕੁਛ ਮੈਨੂੰ ਸੌਂਪਿਆ, ਆਨੰਦ ਭਇਆ ਸੁਖ ਪਾਇਆ, ਮਿਲੇ ਗੁਰੂ ਗੋਵਿੰਦਾ, सबई काज संवारिए जा तुद भावंदा। जय गुरु जी, शुक्राना गुरु जी, अनंतम अनंतम शुक्राना गुरु जी। संगत जी, गुरु जी हमेशा ही जो भी मैसेज देते हैं सत्संग के तौर पर, सच में कई बार उसे रक्षा कवच बनाकर, कई बार बच्चों के लिए इतनी ब्लेसिंग्स भरे सत्संग देकर, और कभी थोड़े से डरावने मैसेजेस देकर शायद हमारी परीक्षा लेते हैं कि हम क्या महसूस करते हैं। ये तो बात सच है कि हम थोड़ी देर के लिए तो अपने परिवार के हिसाब से उन सब चीज़ों को पढ़कर घबरा भी जाते हैं, चाहे वो 5 मिनट 10 मिनट का ही क्यों ना हो। बट उस मैसेज को देखने के बाद, उसके थोड़ी देर बाद ही जब गुरुजी दूसरा मैसेज देते हैं तो फिर दिल से उतनी ही दुआएं निकलती हैं जैसे हमेशा की तरह हम याद करते हैं गुरुजी को, और उस पल भी वही एक ही चीज़ निकलती है मन से कि गुरुजी आपका शुक्राना है, करोड़ों करोड़ों बार शुक्राना है इतना सब कुछ देने के लिए। गुरुजी, मेरे पास सच में कई बार शब्द नहीं होते हैं, इतना कुछ मैं अपनी सत्संग के हिसाब से जो भी चीज़ें पढ़ती हूँ या सुनती हूँ, या सत्संग दूसरों के भी अगर सुनती हूँ तो भी मुझे पता है कि आप किसी न किसी रूप में मुझे ब्लेस कर रहे हो। बहुत बहुत शुक्राना गुरुजी, अनंतम 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 शुक्राना। संगत जी, आज के मैसेजेस में बहुत बार ऐसा हुआ, गुरुजी ने कभी कभी कोई विपदा बताई बच्चों के बारे में, कभी किसी की मौत के बारे में, कभी मेरी तबीयत ख़राब होने के बारे में। जो कुछ भी था मैंने सब सुना, पर मैं कुछ रिएक्ट नहीं कर पाई क्योंकि मन से कोई ऐसी आवाज़ आ नहीं रही थी, कुछ फील नहीं हो रहा था ऐसा। मुझे नहीं पता गुरुजी, जो भी मैसेज आया, वैसे तो हर बात मैं आपके सिर माथे रखती हूँ, पर पता नहीं मन कुछ गवाही नहीं दे रहा था, इसलिए मुझे कुछ ऐसा फील नहीं हुआ। बट आपसे प्रार्थना है, जो कुछ भी मैसेज आपने दिए हैं, चाहे वो बच्चों के हैं या किसी और के, आप सबको हर तरीके से ब्लेस करिएगा। आपको अपने हिसाब से आप जो भी अपनी रज़ा में काम करवाना चाहते हैं आप वैसा ही रखिएगा गुरुजी। हम सब आपकी रज़ा में राज़ी हैं। आप हमें जो भी सेवाएं देते हैं हम उसी में ही खुश रहते हैं, उसी को ही अपना सब कुछ मानते हैं। गुरुजी, हर तरीके से आपने मुझे ब्लेस किया है, मेरे बच्चों को भी ब्लेस किया है, हेल्थ वाइज हर विपदा में आपने हमारा साथ दिया है। मैं आपका हर क्षण शुक्राना करती हूँ गुरुजी, अनंतम 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 शुक्राना करती हूँ। संगत जी, मेरी ज़िंदगी में बहुत कुछ चेंज हुआ है जब से मैं गुरुजी से जुड़ी हूँ। मैं हर एक चीज़ तो नहीं बता सकती, बट जो कुछ भी है बस इतना जानती हूँ, जो गुरुजी ने दिया है शायद ऐसा कभी हो ही नहीं सकता था जो उन्होंने किया है मेरे लिए। मेरा ऐसा सोचना था, बट गुरुजी ने बहुत कुछ चमत्कार किए हैं मेरी लाइफ में भी, इसलिए मैं हर पल हर क्षण शुक्राना करती हूँ। बहुत 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 शुक्राना करती हूँ गुरुजी। आज भी बहुत बार आपका मैसेज आया कि कुड़िए शुक्राना कर, और कई मैसेजेस में तो ये भी था कि सुनते तो सब हैं बट करता कोई नहीं है। उस मैसेज में कुछ शिव पुराण से रिलेटेड बहुत सारी चीज़ें भी बताई, बट शायद मैं इतना नहीं कर पाती हूँ। मे बी गुरुजी शायद मुझे कहना चाह रहे हैं या किसी और संगत के लिए भी हो सकता है, मैं नहीं जानती हूँ। बट मैं भी इतने अच्छे से आध्यात्मिक तौर पर बहुत सारी चीज़ें नहीं कर पाती हूँ अभी भी। गुरुजी, आपसे क्षमा मांगती हूँ, कोशिश करती हूँ, पर जब नहीं हो पाती हैं तो सब कुछ आप पर छोड़ देती हूँ, यही सोचकर कि आप जो भी करते हैं बहुत अच्छा करते हैं। इसलिए
हर पल आपका शुक्राना करती हूँ। संगत जी, गुरु जी ने मुझे भी बहुत बार हेल्थ ब्लेस की है और मेरे हिसाब से तो हर दिन वो मुझे धीरे धीरे ठीक कर रहे हैं, अच्छा कर रहे हैं पहले के कंपैरेटिवली, हेल्थ वाइज भी, और बाकी सारी जो भी कष्ट हैं वो भी कटवा रहे हैं। हमारे माड़े कर्मों की सज़ा के हिसाब से जो कुछ भी बनता है धीरे धीरे वो सब भी मिल रहा है और कष्ट भी कटवा रहे हैं। तो इससे बड़ी चीज़ और क्या होगी हमारे लिए, हमारी लाइफ में। हमारी ज़िंदगी दिन ब दिन सुधर रही है गुरुजी, आपकी कृपा से वो सब कुछ हो रहा है जो आप चाहते हैं और जो हम भी चाहते थे। कभी बहुत सारी चीज़ें ऐसी हुई हैं लाइफ में गुरुजी जिसकी हमें कभी उम्मीद नहीं थी, और उन सब के लिए तहे दिल से शुक्राना करती हूँ गुरुजी, बहुत बहुत शुक्राना करती हूँ। आप हर तरीके से आप बच्चों को भी ब्लेस करें, और इनफैक्ट मैं सारी संगत के लिए बोलती हूँ कि उनके बच्चों को भी हर तरीके से ब्लेस करें, चाहे वो किसी का करियर हो, किसी की फाइनेंशियल प्रॉब्लम हो, किसी की फ़िज़िकल हेल्थ वाइज कुछ प्रॉब्लम हो, आप हर तरीके से उनको ब्लेस करें। और उन चैनल वालों को भी शुक्राना करती हूँ जिनकी वजह से मेरा सत्संग वहाँ पे शेयर होता है। हर पल हर क्षण शुक्राना करती हूँ सबका। संगत जी, आप लोगों का भी बहुत बहुत शुक्राना करती हूँ। संगत जी, इसी के साथ ही मैं अपने शुक्राने को यहीं विराम दूंगी और आती हूँ नए शुक्राने के साथ। तब तक के लिए ओम नमः शिवाय, शिवजी सदा सहाय। ओम नमः शिवाय, शिवजी सदा सहाय। ओम नमः शिवाय, गुरुजी सदा सहाय। जय गुरुजी, शुक्राना गुरुजी, अनंतम अनंतम शुक्राना गुरुजी।